ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਕੰਪਿਊਟਰ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਦਾ ਪਾਰਟ 5। ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਪਹਿਲੇ 4 ਪਾਰਟ ਕਵਰ ਕਰ ਲਏ ਨੇ, ਜਿਸ ਦੇ ਵਿੱਚ ਮੈਂ ਤੁਹਾਨੂੰ 130 MCQ ਕਰਵਾਏ ਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਬੇਸਿਕ ਆਫ ਕੰਪਿਊਟਰ ਦਾ ਲਾਸਟ ਪਾਰਟ ਕਰਨ ਵਾਲੇ ਆ, ਜਿਸ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਇੰਪੋਰਟੈਂਟ ਤੇ ਸਿਲੈਕਟਡ MCQ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਜਿਹੜੇ ਵੀ ਸਟੂਡੈਂਟ ਪੰਜਾਬ ਪੁਲਿਸ ਕਾਂਸਟੇਬਲ, ਪੰਜਾਬ ਪੁਲਿਸ ਸਬ ਇੰਸਪੈਕਟਰ, ਪੰਜਾਬ ਪਟਵਾਰੀ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਉਹ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਣਾ। ਜੋ ਇਹ ਮੈਂ 5 ਪਾਰਟ ਕਰਵਾ ਦਿੱਤੇ ਆ ਨਾ, ਇਹਨਾਂ ਦੇ ਵਿੱਚੋਂ ਇੱਕ ਵੀ MCQ ਤੁਹਾਨੂੰ ਬਾਹਰੋਂ ਨਹੀਂ ਆਊਗਾ। ਠੀਕ ਹੈ, ਇੰਨੇ ਜ਼ਿਆਦਾ ਇੰਪੋਰਟੈਂਟ ਤੇ ਸਿਲੈਕਟਡ MCQ ਮੈਂ ਬੇਸਿਕ ਆਫ ਕੰਪਿਊਟਰ ਦੇ ਵਿੱਚੋਂ ਲਏ ਆ। ਯਕੀਨ ਮੰਨਿਓ, ਤੁਸੀਂ ਕੋਈ ਵੀ ਪੇਪਰ ਉਠਾ ਕੇ ਦੇਖ ਲਓ ਜਿਹਦੇ ਵਿੱਚ ਬੇਸਿਕ ਆਫ ਕੰਪਿਊਟਰ ਪੁੱਛਿਆ ਗਿਆ ਹੈ ਤਾਂ ਇੱਕ ਵੀ MCQ ਤੁਹਾਨੂੰ ਮੇਰੀ ਵੀਡੀਓ ਤੋਂ ਬਾਹਰ ਨਹੀਂ ਮਿਲੂਗਾ। ਦੇਖੋ, ਜਿਹੜੇ ਵੀ ਸਟੂਡੈਂਟਸ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਆ, ਮੇਰਾ ਇਹ ਟਾਰਗੇਟ ਆ ਕਿ ਸ਼ਹਿਰ ਦੀ ਮਹਿੰਗੀ ਕੋਚਿੰਗ ਹਰੇਕ ਪਿੰਡ ਦੇ ਘਰ ਤੱਕ ਪਹੁੰਚਾਈ ਜਾਵੇ ਤੇ ਇਸ ਨੂੰ ਕੰਪਲੀਟ ਕਰ ਸਕਦੇ ਹੋ ਤੁਸੀਂ। ਤੁਹਾਡਾ ਟਾਰਗੇਟ ਕੀ ਆ? ਪੜ੍ਹਾਈ ਨੂੰ ਸਮਾਂ ਦੇਣਾ, ਪੜ੍ਹਨਾ, ਤੇ ਤੁਹਾਨੂੰ ਪੜ੍ਹਾ ਰਹੀ ਆ ਤੇ ਜੋ ਤੁਹਾਡੇ ਲਈ ਇੰਪੋਰਟੈਂਟ ਆ ਉਹ ਮੈਂ ਤੁਹਾਡੇ ਲਈ ਨੋਟਸ ਲੈ ਕੇ ਆ ਰਹੀ ਹਾਂ, ਤੁਹਾਡੇ ਲਈ ਨੋਟਸ ਤਿਆਰ ਕਰ ਰਹੀ ਹਾਂ ਦਿਨ ਰਾਤ ਇੱਕ ਕਰਕੇ। ਪਿੱਛੇ ਜੇ ਮੈਂ ਨੈਸ਼ਨਲ ਪਾਰਕ ਦੀ ਵੀਡੀਓ ਬਣਾਈ ਸੀ, ਬਹੁਤ ਜ਼ਿਆਦਾ ਟਾਈਮ ਲੱਗਿਆ। ਪੂਰਾ ਸੰਡੇ ਮੈਂ ਨੈਸ਼ਨਲ ਪਾਰਕ ਤੇ ਲਗਾਇਆ ਸੀ, ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਤੁਹਾਨੂੰ ਵੀ ਪਤਾ ਹੈ ਕਿ ਕੋਈ ਵੀ ਨੋਟਸ ਇਕੱਠੇ ਕਰਨਾ ਇੰਨਾ ਈਜ਼ੀ ਨਹੀਂ ਹੁੰਦਾ, ਪਰ ਮੇਰਾ ਫਿਰ ਵੀ ਜੋ ਟਾਰਗੇਟ ਆ ਮੈਂ ਉਸ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਤੇ ਇਸ ਨੂੰ ਪੂਰਾ ਕਰਨ ਦੇ ਵਿੱਚ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ। ਸੋ ਜੇਕਰ ਤੁਹਾਨੂੰ ਵੀਡੀਓਜ਼ ਚੰਗੀਆਂ ਲੱਗਦੀਆਂ ਨੇ, ਹੈਲਪਫੁਲ ਲੱਗਦੀਆਂ ਨੇ, ਯੂਜ਼ਫੁਲ ਲੱਗਦੀਆਂ ਨੇ ਤਾਂ ਜਿੰਨਾ ਹੋ ਸਕੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। RISC ਤੋਂ ਕੀ ਭਾਵ ਆ? ਹਾਂਜੀ, RISC ਤੁਸੀਂ ਸੁਣਿਆ ਹੋਣਾ ਵਾ, ਮਾਈਕਰੋ ਪ੍ਰੋਸੈਸਰ। ਦੇਖੋ, ਮਾਈਕਰੋ ਪ੍ਰੋਸੈਸਰ ਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ। ਹੁਣ ਤੁਸੀਂ ਸੋਚੋਗੇ ਕਿ CPU ਨੂੰ ਕਿਹਾ ਜਾਂਦਾ ਕੰਪਿਊਟਰ ਦਾ ਦਿਮਾਗ, ਤਾਂ ਦੇਖੋ CPU ਦੇ ਅੰਦਰ ਇੱਕ ਚਿਪ ਲੱਗੀ ਹੁੰਦੀ ਆ, ਮਾਈਕਰੋ ਪ੍ਰੋਸੈਸਰ। ਤੇ ਮਾਈਕਰੋ ਪ੍ਰੋਸੈਸਰ ਆ ਜਿਹੜਾ, ਇਹ 2 ਤਰ੍ਹਾਂ ਦਾ ਹੁੰਦਾ। ਇੱਕ ਹੁੰਦਾ RISC ਤੇ ਦੂਸਰਾ ਹੁੰਦਾ CISC। ਠੀਕ ਹੈ, ਜਿਹੜਾ RISC ਆ ਇਹ ਹੁੰਦਾ ਵਾ ਰਿਡਿਊਸਡ ਇੰਸਟਰਕਸ਼ਨਸ ਸੈਟ ਕੰਪਿਊਟਰ। ਠੀਕ ਹੈ, ਤੇ ਇਹ ਆ ਜਿਹੜਾ ਇਸ ਦੇ ਵਿੱਚ ਇੰਸਟਰਕਸ਼ਨਸ ਆ ਜਿਹੜੀਆਂ ਬਹੁਤ ਘੱਟ ਹੁੰਦੀਆਂ ਵਾ। ਤੇ CISC ਦਾ ਮੀਨਿੰਗ ਹੁੰਦਾ ਕੰਪਲੈਕਸ ਇੰਸਟਰਕਸ਼ਨਸ ਸੈਟ ਕੰਪਿਊਟਰ। ਇਹਦੇ ਵਿੱਚ ਹਾਈ ਲੈਵਲ ਦੀਆਂ ਇੰਸਟਰਕਸ਼ਨਸ ਹੁੰਦੀਆਂ ਜਿਹੜੀਆਂ ਕਿ ISRO, NASA ਜਾਨੀ ਕਿ ਸਪੇਸ ਏਜੰਸੀਜ਼ ਯੂਜ਼ ਕਰਦੀਆਂ ਵਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਪਹਿਲੇ ਨੈਟਵਰਕ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਪਹਿਲੇ ਨੈਟਵਰਕ ਨੂੰ ਕਿਹਾ ਜਾਂਦਾ ਹੈ ARPANET। ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ। ਇਸ ਦੀ ਫੁੱਲ ਫਾਰਮ ਕੀ ਆ? ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ। ਬੇਸਿਕਲੀ ਇਹ ਵੀ USA ਦੀ ਡਿਫੈਂਸ ਆਰਮੀ ਨੇ ਤਿਆਰ ਕੀਤਾ ਸੀ ਆਪਸ ਦੇ ਵਿੱਚ ਕਮਿਊਨੀਕੇਟ ਕਰਨ ਦੇ ਲਈ, ਤੇ ਬਾਅਦ ਵਿੱਚ ਇਸ ਨੂੰ ਪਬਲਿਕ ਕਰ ਦਿੱਤਾ ਗਿਆ ਆਮ ਲੋਕਾਂ ਦੇ ਲਈ ਵੀ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, EEP ਰੋਮ ਦਾ ਕੀ ਮਤਲਬ ਆ? ਹਾਂਜੀ, EEP ਰੋਮ ਦਾ ਤੁਸੀਂ ਸੁਣਿਆ ਹੋਣਾ, ਰੋਮ, P ਰੋਮ, EP ਰੋਮ, EEP ਰੋਮ। ਦੇਖੋ, ਇਸਦਾ ਕੀ ਮਤਲਬ ਹੁੰਦਾ, ਮੈਂ ਤੁਹਾਨੂੰ ਕੱਲਾ ਸਮਝਾਉਂਦੀ ਹਾਂ ਕਿ ਤੁਹਾਨੂੰ ਕੋਈ ਵੀ ਆ ਜਾਏ ਤਾਂ ਤੁਸੀਂ ਆਸਾਨੀ ਦੇ ਨਾਲ ਅਟੈਂਪਟ ਕਰ ਸਕੋ। ਠੀਕ ਹੈ ਜੀ। ਤੇ ਰੋਮ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਰੋਮ ਕੀ ਹੁੰਦਾ। ਰੋਮ ਕੀ ਹੁੰਦਾ? ਰੀਡ ਓਨਲੀ ਮੈਮਰੀ। ਇਸ ਨੂੰ ਸਿਰਫ ਅਸੀਂ ਰੀਡ ਕਰ ਸਕਦੇ ਹਾਂ, ਕੋਈ ਚੇਂਜ ਨਹੀਂ ਕਰ ਸਕਦੇ। ਯਾਨੀ ਕਿ ਉਹ ਮੈਮਰੀ ਜਿਸ ਨੂੰ ਅਸੀਂ ਸਿਰਫ ਰੀਡ ਕਰਦੇ ਹਾਂ, ਚੇਂਜ ਨਹੀਂ ਕਰਦੇ। ਜਿਵੇਂ ਆਪਾਂ ਕੰਪਿਊਟਰ ਨੂੰ ਜੇਕਰ ਔਨ ਕਰੀਏ, ਤੁਸੀਂ ਦੇਖਿਆ ਹੋਣਾ ਉੱਥੇ ਹੁੰਦਾ ਵੈਲਕਮ, ਉਹਨੂੰ ਅਸੀਂ ਕਹਿ ਦਿੰਦੇ ਹਾਂ ਰੀਡ ਓਨਲੀ ਮੈਮਰੀ, ਜਿਹਨੂੰ ਅਸੀਂ ਸਿਰਫ ਰੀਡ ਕਰ ਸਕਦੇ ਹਾਂ, ਆਪਦੇ ਕੋਲੋਂ ਚੇਂਜ ਨਹੀਂ ਕਰ ਸਕਦੇ, ਕਿਉਂਕਿ ਉਹ ਕੰਪਨੀ ਨੇ ਉਸੇ ਤਰ੍ਹਾਂ ਕ੍ਰੀਏਟ ਕੀਤਾ ਹੁੰਦਾ ਵਾ। ਜਿੰਨੇ ਵਾਰੀ ਵੀ ਅਸੀਂ ਕੰਪਿਊਟਰ ਨੂੰ ਔਨ ਕਰਾਂਗੇ ਉਨੇ ਵਾਰ ਹੀ ਅਸੀਂ ਉਹ ਇੰਸਟਰਕਸ਼ਨ ਨੂੰ ਰੀਡ ਕਰਾਂਗੇ। ਉਹ ਡਾਟੇ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਉਹ ਇੱਕ ਚਿਪ ਹੁੰਦੀ ਆ ਜਿਹੜੀ ਕਿ ਫਿਕਸ ਹੁੰਦੀ ਆ, ਉਸ ਨੂੰ ਆਪਾਂ ਬਿਲਕੁਲ ਵੀ ਹਿਲਾ ਨਹੀਂ ਸਕਦੇ, ਕਿਉਂਕਿ ਉੱਥੇ ਆ ਜਿਹੜਾ ਉਹ ਪ੍ਰੋਗਰਾਮ ਕੀਤਾ ਹੁੰਦਾ, ਤੇ ਉਹ ਪ੍ਰੋਗਰਾਮ ਨੂੰ ਉਹ ਬੋਲ ਦਿੰਦੇ ਆ P ਰੋਮ। ਠੀਕ ਹੈ, ਜਾਣੀ ਕਿ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਹੁਣ ਉਹ ਚਿਪ ਆ ਜਿਹੜੀ, ਜਿਹਨੂੰ ਮੈਂ ਬੋਲਦੀ ਹਾਂ ਕਿ ਉਹ ਚਿਪ ਹੁੰਦੀ ਆ ਜਿਸ ਨੂੰ ਅਸੀਂ ਇਰੇਜ਼ ਨਹੀਂ ਕਰ ਸਕਦੇ, ਅਸੀਂ ਚੇਂਜ ਨਹੀਂ ਕਰ ਸਕਦੇ। ਜਿਹੜੀ ਉਹ ਚਿਪ ਨੂੰ ਅਸੀਂ ਇਰੇਜ਼ ਨਹੀਂ ਕਰ ਸਕਦੇ ਉਹਨੂੰ ਅਸੀਂ ਬੋਲ ਦਿੰਦੇ ਹਾਂ, ਜਾਂ ਫਿਰ ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ, ਇਰੇਜ਼
प्रोग्रामेबल रीड ओनली मैमरी। ठीक है, फिर हुण की आ मैं बोल रही हाँ कि उस चिप नूं असीं चेंज नहीं कर सकते, कंपनी वालों क्रिएट किया हुंदा, पर बाई चांस वो कितों ना कितों डैमेज हो जाए, जिवें साडे कंप्यूटर की कई बार डिस्पले उड जाती आ, असीं की करते हैं उहनूं पवाउने आ, तो कंपनी वालों की कीती जाती है, तैयार की जाती है, फिर नवीं चिप भी लैनी पैंदी है, कंपनी सारा आप ठीक करदी आ। ठीक है, तो उसदे विच जिहड़ी नवीं चिप यूज़ हुंदी आ, चाहे ਉਹਦੀ लाइट घट होवे ਵੱਧ होवे, ठीक है, वो सारा कंपनी वालों ही प्रोसैस किया जाता, पर आपां उसनूं कुछ भी नहीं कर सकते, वो डाटा कंपनी ही इरेज मतलब ਉਹਦਾ मिटाउणा। ठीक है, वो कंपनी वो डाटा वा जिहड़ा कंपनी ही इरेज कर सकती आ, जिहड़ी कंपनी इरेज करदी आ वो की करदी आ, अल्ट्रा वॉलेट इरेज करती है, जानी कि सारे का सारा डाटा इरेज कर दिता जाता अते नवां डाटा ऐड कर दिता जाता, उसनूं असीं बोल दिंदे आ EPROM, जिन्होंने मैं तुहानूं दस चुकी हाँ, इरेजेबल प्रोग्रामेबल रीड ओनली मैमरी। ये इन्नी कामयाब नहीं रही, उस तो बाद EPROM कढ़ दी गई, जिसका मतलब सीगा इलैक्ट्रिकली इरेजेबल प्रोग्रामेबल रीड ओनली मैमरी। देख लो ये किहड़ी ऑप्शन आ, ऑप्शन का तो मैनूं भी नहीं पता, आपां मैच कर लैंदे, मैं दोबारा तुहानूं फुल फॉर्म दसदी हाँ, इलैक्ट्रिकली इरेजेबल प्रोग्रामेबल रीड ओनली मैमरी। इलैक्ट्रिकली लाउणा वा, तुसीं ध्यान रखना इस दे विच इलैक्ट्रिकली इरेजेबल प्रोग्रामेबल रीड ओनली मैमरी, ऑप्शन बी पई आ साडे अगे। ठीक है जी, हाँ जी, अगला प्रश्न असीं करदे हां, मुख मैमरी अते CPU दे विचकार हाई स्पीड मैमरी नूं की कहंदे आ। हाँ जी, मुख मैमरी अते CPU, तुहानूं पता एक मुख मैमरी हुंदी आ मेन मैमरी जिहनूं असीं बोल दिंदे आ, ते एक CPU दे विचकार जिहड़ी हाई स्पीड दी मैमरी हुंदी आ उहनूं असीं की बोलदे आ, फास्ट मैमरी नूं असीं की बोल दिंदे आ, कैचे मैमरी। ऑप्शन नंबर बी इज़ द राइट आंसर। अगला प्रश्न असीं करते हैं जी, वॉर्म का पूर्ण रूप की आ। हाँ जी, वॉर्म तुसीं सुनिया होना, जिहड़े सॉफ्टवेयर कंप्यूटर नूं नुकसान पहुँचाउंदे आ उन्हां नूं असीं मालवेयर बोलते हैं। ठीक है, जिहड़े सॉफ्टवेयर कंप्यूटर नूं की करदे आ, हानि पहुँचाउंदे आ, नुकसान पहुँचाउंदे आ, उन्हां नूं असीं मालवेयर कहने आ। इस दे विच वायरस भी हो सकते आ, वॉर्म भी हो सकते आ, ट्रोजन हॉर्स भी हो सकते आ, ते हुण असीं गल कर रहे हां वॉर्म दी। वॉर्म की हुंदा वा, देखो तुसीं लिखिया एक बार हुंदा, कई बार मान लो असीं एक पेज क्रिएट किया हुंदा कंप्यूटर दे विच, उहदी ऐटोमैटिक ही अलग कापी हुंदी रहिंदी आ, मतलब की आ ਉਹਦੀਆਂ कई कापियां अपने आप, कई फोल्डर अपने आप ही क्रिएट होने शुरू हो जाते हैं, जिन्हों असीं बोल दिंदे आ जां हैंग हो गया। कई बार मोबाइल भी इदां हुंदा ना, असीं एक बार टच करते हैं तो आप ही अगे दे अगे चलदा रहिंदा, पर असीं बैक हुंदे आ तां भी बैक नहीं हुंदा। ठीक है, उहनूं असीं की बोल दिंदे आ, तो वो जिहड़ियां कापियां आपदे आप क्रिएट होंदियां वा, हुंदा वा वॉर्म, जानी कि इसकी फुल फॉर्म हुंदी आ राइट वंस, मतलब असीं तां एक बार ही लिखिया हुंदा, पर रीड मैनी, राइट वंस रीड मैनी, इसकी फुल फॉर्म बनती है राइट वंस रीड मैनी, मतलब असीं लिखिया एक बार हुंदा वा, पर साडे अगे किन्ने ही फोल्डर आपदे आप क्रिएट होंदे रहिंदे आ, असीं उहनां नूं रीड भी कर सकदे आ, मतलब रीड बहुत बार कर सकदे आ, लिखिया एक बार हुंदा वा। ठीक है, तो इसकी फुल फॉर्म बन रही है ऑप्शन नंबर डी, राइट आंसर। जेकर वीडियो चंगी लग रही है तो प्लीज़ वीडियो नूं लाइक और शेयर जरूर कर देना। अगला प्रश्न, एक दस्तावेज़ विच एक खास स्थान ते जाण लई जो असीं वरतदे हां उसनूं की बोलिया जांदा। हाँ जी, एक दस्तावेज़ दे विच एक खास स्थान ते जाण लई असीं बुक मार्क की वरतों करते हैं। खास स्थान का मतलब मान लो मैं इत्थे लिखिया होया 1 2 3, जां फिर ये कह सकते हैं मेरे को इत्थे 10 लाइनां। ठीक है, 10 लाइनां वा, इत्थे 10 लाइनां वा, मैं इत्थों पहली लाइन तो रीड कर रही हाँ, पर मैनूं लग रहा कि मैं विच 8वीं लाइन दे विच जाके कोई गलती की है, जां मैं उहनूं रीड करना चाहुंदी हाँ, तो मैं इत्थों सीधा जंप करूँगी, मतलब इत्थों एक दस्तावेज़ तो मैं किसी खास स्थान ते किसी खास लाइन ते जाण लई मैं सीधा जंप करूँगी, उस दे लई असीं बुक मार्क की वरतों करते हैं, जिसका मतलब हुंदा जंप करना। ठीक है, उम्मीद करदी हां कि पता लग रहा होगा, समझ आ रही होगी। अगला प्रश्न है जी, GUI स्टैंड्स फॉर। हाँ जी, GUI का की अर्थ है इत्थे, GUI का मतलब हुंदा ग्राफिकल यूज़र इंटरफेस। ठीक है, सुनिया होना तुसीं सब ने, ग्राफिकल यूज़र इंटरफेस GUI हुंदा। जिवें मैं मार्कर चला रही हाँ, ठीक है, मार्कर चला रही हाँ, पैन चला रही हाँ, जां कह सकते हैं, तो तुसीं देखिया होना चैनल ते लोगो भी लग्या होया वा। ठीक है, इसनूं असीं कह दिंदे हां ग्राफिकल, जिहड़ा मैं चला रही हाँ मार्कर वगैरह। ठीक है, जां कुछ भी चेंज कर रही हाँ। ठीक है,
ਹੁਣ ਪਰ ਜਦੋਂ ਸਾਡੇ ਕੋਲ ਵਿੰਡੋ ਨਹੀਂ ਆਈ ਸੀ, ਆਪਣੇ ਕੋਲ ਸਿਰਫ MS DOS ਹੁੰਦਾ ਸੀ, ਜਾਣੀ ਕਿ ਮਾਈਕਰੋਸਾਫਟ ਡਿਸਕ ਓਪਰੇਟਿੰਗ ਸਿਸਟਮ ਹੁੰਦਾ ਸੀ। ਇਸ ਵਿੱਚ ਅਸੀਂ ਮਾਊਸ ਨਹੀਂ ਚਲਾ ਸਕਦੇ ਸੀ, ਨਾ ਲੋਗੋ ਲਗਾ ਸਕਦੇ ਸੀ, ਨਾ ਕੋਈ ਪਿਕਚਰ ਲਗਾ ਸਕਦੇ ਸੀ। ਸਾਰਾ ਕੰਮ ਕਮਾਂਡ ਤੇ ਹੀ ਚੱਲਦਾ ਸੀ। ਉਸ ਨੂੰ ਅਸੀਂ ਬੋਲ ਦਿੰਦੇ ਸੀ CUI, ਜਾਣੀ ਕਿ ਕਮਾਂਡ ਯੂਜ਼ਰ ਇੰਟਰਫੇਸ। ਇਹਨਾਂ ਗੱਲਾਂ ਦਾ ਧਿਆਨ ਰੱਖਣਾ, ਠੀਕ ਹੈ। ਹੁਣ ਜਿਹੜੇ ਮੈਂ ਮਾਰਕਰ ਵਗੈਰਾ ਚਲਾ ਰਹੀ ਹਾਂ, ਦਾ ਮਤਲਬ ਕਿ ਅਸੀਂ ਗ੍ਰਾਫਿਕਲੀ ਕੰਮ ਕਰ ਸਕਦੇ ਹਾਂ, ਤਾਂ ਇਹਨੂੰ ਅਸੀਂ ਬੋਲ ਦਿੰਦੇ ਹਾਂ ਗ੍ਰਾਫਿਕਲ ਯੂਜ਼ਰ ਇੰਸਟਰਕਸ਼ਨ ਤੇ ਲਗਾਤਾ ਮੈਂ, ਨਹੀਂ ਇੰਟਰਫੇਸ ਆ, ਗ੍ਰਾਫਿਕਲ ਯੂਜ਼ਰ ਇੰਟਰਫੇਸ ਆਪਸ਼ਨ ਨੰਬਰ D ਬਣ ਰਹੀ ਆ, ਠੀਕ ਹੈ ਜੀ। ਹਾਂਜੀ, ਅਗਲਾ ਪ੍ਰਸ਼ਨ। ਕਈ ਵਾਰ ਇੱਦਾਂ ਹੁੰਦਾ ਵਾ, ਕਿਉਂਕਿ ਦੇਖੋ ਮੈਂ ਵੀਡੀਓ ਬਣਾ ਰਹੀ ਹਾਂ, ਪਰ ਮੈਂ ਵੀਡੀਓ ਜਿਹੜੀ ਬਣਾ ਰਹੀ ਹਾਂ ਇਹਦੇ ਵਿੱਚ ਮੈਂ ਆਪਸ਼ਨਸ ਆ ਜਿਹੜੀਆਂ ਕੋਈ ਲਿਖੀਆਂ ਨਹੀਂ ਹੋਈਆਂ, ਕੁਛ ਕੀਤਾ ਨਹੀਂ ਹੋਇਆ, ਠੀਕ ਹੈ। ਇਸ ਕਰਕੇ ਮੈਨੂੰ ਆਪਸ਼ਨ ਦਾ ਨਹੀਂ ਪਤਾ ਲੱਗਦਾ ਕਿ ਆਪਸ਼ਨ ਮੈਂ ਕਈ ਵਾਰ ਇਸ ਤਰ੍ਹਾਂ ਬਹੁਤ ਵਾਰ ਹੋਇਆ ਮੇਰੇ ਨਾਲ ਕਿ ਸਟੂਡੈਂਟਸ ਵੀ ਕਮੈਂਟ ਕਰਦੇ ਨੇ, ਮੈਡਮ ਤੁਸੀਂ ਬੋਲ ਕੀ ਰਹੇ ਹੋ ਅਤੇ ਆਪਸ਼ਨ ਲਗਾ ਕੀ ਰਹੇ ਹੋ। ਹਾਂਜੀ, ਇਸ ਤਰ੍ਹਾਂ ਮੈਂ ਮੰਨਦੀ ਹਾਂ ਇਹ ਮੇਰੀ ਗਲਤੀ ਆ, ਥੋੜ੍ਹਾ ਮੈਨੂੰ ਧਿਆਨ ਰੱਖਣਾ ਚਾਹੀਦਾ, ਪਰ ਫਿਰ ਵੀ ਜਦੋਂ ਮੈਂ ਪੜ੍ਹਾਉਂਦੀ ਹਾਂ ਨਾ ਤਾਂ ਮੈਂ ਮਤਲਬ ਦੇਖੋ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਗ੍ਰੈਜੂਏਸ਼ਨ ਦੇ ਵਿੱਚ ਸੀ, ਤਾਂ ਸਾਡੇ ਟੀਚਰ ਕਹਿੰਦੇ ਹੁੰਦੇ ਸੀ ਹਮੇਸ਼ਾ ਹੀ ਉਹਨਾਂ ਤੋਂ ਨਾ ਬੋਰਡ 'ਤੇ ਗਲਤ ਲਿਖਿਆ ਜਾਂਦਾ ਸੀਗਾ, ਅਤੇ ਜਦੋਂ ਵੀ ਉਹ ਗਲਤ ਲਿਖਦੇ ਸੀਗੇ ਤਾਂ ਅਸੀਂ ਹੱਸ ਪੈਂਦੇ ਸੀ। ਤਾਂ ਫਿਰ ਉਹ ਸਾਨੂੰ ਦੱਸਦੇ ਹੁੰਦੇ ਸੀ ਕਿ ਜਦੋਂ ਤੁਸੀਂ ਟੀਚਰ ਬਣ ਗਏ ਨਾ ਤੁਹਾਨੂੰ ਉਦੋਂ ਪਤਾ ਲੱਗੂਗਾ, ਕਿ ਕਿਉਂਕਿ ਮੈਂ ਪੜ੍ਹਾਉਣ ਦੇ ਵਿੱਚ ਇੰਨਾ ਮਗਨ ਹੁੰਨਾ ਵਾ, ਮੇਰਾ ਧਿਆਨ ਇਹ ਨਹੀਂ ਹੁੰਦਾ ਕਿ ਮੈਂ ਬੋਰਡ 'ਤੇ ਕੀ ਲਿਖ ਰਿਹਾ, ਮੇਰਾ ਧਿਆਨ ਤੁਹਾਡੇ ਵੱਲ ਹੁੰਦਾ ਕਿ ਤੁਸੀਂ ਮੇਰਾ ਕਿੰਨਾ ਕੁ ਕੈਪਚਰ ਕਰ ਰਹੇ ਹੋ, ਕਿੰਨਾ ਕੁ ਮੇਰੇ ਵੱਲ ਧਿਆਨ ਦੇ ਰਹੇ ਹੋ, ਕਿੰਨਾ ਕੁ ਮੇਰੇ ਤੋਂ ਸਮਝ ਰਹੇ ਹੋ। ਅਤੇ ਉਸ ਟਾਈਮ ਕੀ ਹੁੰਦਾ ਸੀਗਾ ਕਿ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਸੀ, ਜਦੋਂ ਆਪਣੀ ਵਾਰੀ ਆਉਂਦੀ ਹੈ ਨਾ ਉਦੋਂ ਹੀ ਸਮਝ ਆਉਂਦੀ ਆ ਅਸਲ ਦੇ ਵਿੱਚ। ਪਰ ਹੁਣ ਹਮੇਸ਼ਾ ਮੇਰੇ ਨਾਲ ਇੱਦਾਂ ਹੁੰਦਾ, ਸਕੂਲ ਦੇ ਵਿੱਚ ਵੀ ਮੇਰੇ ਨਾਲ ਇੱਦਾਂ ਹੁੰਦਾ ਕਿ ਮੇਰੇ ਤੋਂ ਬੋਰਡ 'ਤੇ ਵੀ ਕਈ ਵਾਰ ਕੁਛ ਉਲਟ ਲਿਖਿਆ ਜਾਂਦਾ, ਤਾਂ ਉਸ ਟਾਈਮ ਮੈਨੂੰ ਸਰ ਦੀ ਗੱਲ ਯਾਦ ਆਉਂਦੀ ਆ ਕਿ ਹਾਂ ਸੱਚਮੁੱਚ ਇਸ ਤਰ੍ਹਾਂ ਹੁੰਦਾ, ਕਿ ਸਰ ਉਦੋਂ ਬੋਲਦੇ ਹੁੰਦੇ ਸੀ ਕਿ ਜਦੋਂ ਤੁਹਾਡੇ ਨਾਲ ਇੱਦਾਂ ਹੋਇਆ ਨਾ, ਤੁਸੀਂ ਮੇਰੀ ਜਗ੍ਹਾ 'ਤੇ ਆਏ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ, ਹੁਣ ਤਾਂ ਤੁਸੀਂ ਹੱਸਦੇ ਆ। ਤਾਂ ਮਤਲਬ ਸੇਮ ਇੱਦਾਂ ਹੁੰਦਾ, ਮੇਰੇ ਨਾਲ ਵੀ ਇੱਦਾਂ ਹੁੰਦਾ, ਪਰ ਤੁਸੀਂ ਧਿਆਨ 'ਚ ਰੱਖਣਾ ਜੋ ਮੈਂ ਬੋਲਦੀ ਹਾਂ ਉਹ ਸਹੀ ਆ, ਅਤੇ ਜੋ ਆਪਸ਼ਨ ਲੱਗ ਜਾਂਦੀ ਆ ਬਾਏ ਮਿਸਟੇਕ ਤਾਂ ਉਹ ਆਪਸ਼ਨ ਗਲਤ ਹੋ ਸਕਦੀ ਆ, ਪਰ ਬੋਲਿਆ ਹੋਇਆ ਗਲਤ ਨਹੀਂ ਹੁੰਦਾ। ਹਾਂਜੀ, ਅਗਲਾ ਪ੍ਰਸ਼ਨ ਆ, ਹੇਠਾਂ ਦਿੱਤੇ ਵਿੱਚੋਂ ਕਿਹੜਾ ਬ੍ਰਾਂਡ ਇੰਟਰਨੈਟ ਕਨੈਕਸ਼ਨ ਦੀ ਕਿਸਮ ਨਹੀਂ ਹੈ। ਹਾਂਜੀ, ਬ੍ਰੌਡਬੈਂਡ ਕਿਹੜਾ ਇੰਟਰਨੈਟ ਕਨੈਕਸ਼ਨ ਦੀ ਕਿਸਮ ਨਹੀਂ ਗੀ। ਪਹਿਲਾਂ ਅਸੀਂ ਕਿਸਮ ਦੀ ਗੱਲ ਕਰ ਲੈਂਦੇ ਹਾਂ। ਬ੍ਰੌਡਬੈਂਡ ਦਾ ਮਤਲਬ ਹੁੰਦਾ ਜਿਹੜਾ ਫਾਸਟ ਇੰਟਰਨੈਟ ਕਨੈਕਸ਼ਨ ਹੁੰਦਾ, ਜਿਵੇਂ ਕੇਬਲ ਵੀ ਇੱਕ ਫਾਸਟ ਇੰਟਰਨੈਟ ਕਨੈਕਸ਼ਨ ਆ, DSL ਵੀ ਇੱਕ ਫਾਸਟ ਇੰਟਰਨੈਟ ਕਨੈਕਸ਼ਨ ਆ, ਸੈਟੇਲਾਈਟ ਵੀ ਇੱਕ ਫਾਸਟ ਇੰਟਰਨੈਟ ਕਨੈਕਸ਼ਨ ਆ, ਪਰ ਡਾਇਲ ਅਪ ਇਹ ਇੱਕ ਸਲੋ ਹੁੰਦਾ ਵਾ, ਸਲੋ ਇੰਟਰਨੈਟ ਕਨੈਕਸ਼ਨ ਹੁੰਦਾ ਡਾਇਲ ਅਪ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਫੋਰ ਐਗਜ਼ਾਮਪਲ ਜਿਵੇਂ ਮੈਂ ਤੁਹਾਨੂੰ ਸਮਝਾਉਣਾ ਹੋਵੇ, ਹੁਣ ਆਪਾਂ ਗੱਲ ਕਰਦੇ ਹਾਂ ਕੇਬਲ ਦੀ, ਸਿੱਧੀਆਂ ਕੇਬਲਸ ਆ, ਸੈਟੇਲਾਈਟਸ ਆ, ਅਤੇ ਉਹਦੇ ਕਰਕੇ ਇੰਟਰਨੈਟ ਕਨੈਕਸ਼ਨ ਆ ਜਿਹੜਾ ਉਹ ਫਾਸਟ ਆ ਚੱਲ ਰਿਹਾ, ਠੀਕ ਹੈ। ਪਰ ਪਹਿਲਾਂ ਕੀ ਵਰਤੇ ਜਾਂਦੇ ਸੀ ਘਰਾਂ ਦੇ ਵਿੱਚ, ਤੁਸੀਂ ਦੇਖਿਆ ਟੈਲੀਫੋਨ ਜਿਹੜੇ ਵਰਤੇ ਜਾਂਦੇ ਸੀ, ਇੱਕ ਤਾਰ ਹੁੰਦੀ ਸੀ ਪਹਿਲਾਂ, ਉਹ ਡਾਇਲ ਅਪ ਦੇ ਨਾਲ ਜਿਹੜਾ ਕਨੈਕਸ਼ਨ ਹੁੰਦਾ ਸੀਗਾ ਕਿ ਅਸੀਂ ਕਿਸੇ ਨਾਲ ਵੀ ਇੰਟਰਨੈਟ ਦਾ ਮੀਨਿੰਗ ਕੀ ਹੁੰਦਾ ਵਾ, ਮੰਨ ਲਓ ਆਪਾਂ ਵੀਡੀਓ ਕਾਲ ਕੀਤੀ ਆ, ਮੰਨ ਕੇ ਚੱਲੋ, ਠੀਕ ਹੈ, ਆਪਾਂ ਇੱਕ ਬੰਦੇ ਨੂੰ ਵੀ ਕਰ ਸਕਦੇ ਹਾਂ, 2 ਨੂੰ ਵੀ ਕਰ ਸਕਦੇ ਹਾਂ, 3 ਨੂੰ ਵੀ ਕਰ ਸਕਦੇ ਹਾਂ, 4 ਨੂੰ ਵੀ ਕਰ ਸਕਦੇ ਹਾਂ, 5 ਨੂੰ ਵੀ, 6 ਨੂੰ ਵੀ, 7 ਨੂੰ ਵੀ, ਜਿੰਨੇ ਬੰਦੇ ਮਰਜ਼ੀ ਗਰੁੱਪ ਦੇ ਵਿੱਚ ਐਡ ਕਰਕੇ ਅਸੀਂ ਵੀਡੀਓ ਕਾਲ ਵਗੈਰਾ ਕਰ ਸਕਦੇ ਹਾਂ, ਇੰਟਰਨੈਟ ਕਰ ਸਕਦੇ ਹਾਂ, ਉਹਨਾਂ ਨਾਲ ਇੰਟਰਨੈਟ ਕਨੈਕਸ਼ਨ ਕਰਦੇ ਹਾਂ, ਠੀਕ ਹੈ। ਪੁਰਾਣਿਆਂ ਦੇ ਵਿੱਚ ਇੱਦਾਂ ਨਹੀਂ ਹੁੰਦਾ ਸੀ, ਅਸੀਂ ਡਾਇਲ ਅਪ ਕਰਕੇ ਸਿੱਧਾ ਕਨੈਕਸ਼ਨ ਕਰਦੇ ਸੀਗੇ, ਤਾਂ ਇਹ ਸਲੋ ਸੀਗਾ, ਠੀਕ ਹੈ। ਇਸ ਤਰ੍ਹਾਂ ਸਮਝਿਆ ਕਰੋ। ਅਗਲਾ ਪ੍ਰਸ਼ਨ ਕੀ ਹੈ ਜੀ, ਜੋ ਸਾਨੂੰ ਵੱਖ-ਵੱਖ ਵਿਅਕਤੀਆਂ ਨੂੰ ਇੱਕੋ ਚਿੱਠੀ ਭੇਜਣ ਦੇ ਯੋਗ ਬਣਾਉਂਦਾ ਹੈ। ਹਾਂਜੀ, ਜੋ ਸਾਨੂੰ ਵੱਖ-ਵੱਖ ਵਿਅਕਤੀਆਂ ਨੂੰ ਇੱਕੋ ਚਿੱਠੀ ਭੇਜਣ ਦੇ ਯੋਗ ਬਣਾਉਂਦਾ ਵਾ ਉਹ ਕੀ ਹੁੰਦਾ। ਦੇਖੋ ਮੰਨ ਕੇ ਚਲੋ ਕਿਸੇ ਦੀ ਮੈਰਿਜ ਆ, ਜਾਂ ਆਪਾਂ ਸਕੂਲ ਦੇ ਵਿੱਚ ਵੀ ਹੁਣ ਜਿਵੇਂ ਕੰਮ ਕਰਦੇ ਹਾਂ, ਠੀਕ ਹੈ, ਤਾਂ ਸਾਡੇ ਜਿਹੜੇ ਪ੍ਰਿੰਸੀਪਲ ਸਰ ਆ ਉਹਨਾਂ ਨੇ ਕੀ ਆ ਸਾਨੂੰ ਮੇਲ ਪਾਉਣੀ ਆ ਕੋਈ, ਮਤਲਬ ਉਹ ਸੇਮ ਮੇਲ ਸਾਰੇ ਇੰਪਲੋਈ ਨੂੰ ਪਾਉਣਾ ਚਾਹੁੰਦੇ ਆ, ਤਾਂ ਜਿੰਨੀ ਵੀ ਸੇਮ ਮੇਲ ਆ ਉਹ ਸਾਰੇ ਇੰਪਲੋਈ ਨੂੰ ਪਾਉਣਗੇ। ਜਾਂ ਆਪਾਂ ਕਹਿ ਸਕਦੇ ਹਾਂ ਕਿਸੇ ਨੂੰ ਮੈਰਿਜ ਇਨਵੀਟੇਸ਼ਨ ਦੇਣਾ ਵਾ, ਜਾਂ ਕੋਈ ਵੀ ਇਨਵੀਟੇਸ਼ਨ ਦੇਣਾ ਵਾ, ਅਸੀਂ ਇੱਕੋ ਮੈਸੇਜ ਸਭ ਨੂੰ ਕਰਨਾ ਚਾਹੁੰਦੇ ਹਾਂ, ਮੈਸੇਜ ਇੱਕ ਆ ਪਰ ਭੇਜਣਾ ਅਸੀਂ ਬਹੁਤ ਜਾਣਿਆਂ ਨੂੰ ਚਾਹੁੰਦੇ ਹਾਂ। ਜੋ ਸਾਨੂੰ ਵੱਖ-ਵੱਖ ਵਿਅਕਤੀਆਂ ਨੂੰ ਚਿੱਠੀ ਭੇਜਣ ਦੇ ਯੋਗ ਬਣਾਉਂਦਾ ਵਾ ਉਹ ਹੈਗਾ ਮੇਲ ਮਰਜ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, MS ਵਰਡ ਵਿੱਚ ਥੀਸੌਰਸ ਟੂਲ ਕੀ ਆ। ਜਾਂ ਆਪਾਂ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ, ਜਦੋਂ ਵੀ ਆਪਾਂ ਕੁਝ ਟਾਈਪ ਕਰਦੇ ਹਾਂ ਤਾਂ ਉਸ ਨੂੰ ਚੈੱਕ ਕਰਨ ਵਾਸਤੇ ਆਪਣੇ ਕੋਲ ਇੱਕ ਆਟੋਮੈਟਿਕ ਸਪੈਲਿੰਗ ਚੈੱਕਰ ਆਉਂਦਾ, ਮੋਬਾਈਲ ਦੇ ਵਿੱਚ ਵੀ ਆਉਂਦਾ ਵਾ, ਤੁਸੀਂ ਦੇਖਿਆ ਹੋਣਾ ਜਦੋਂ ਵੀ ਅਸੀਂ ਕੁਛ ਟਾਈਪ ਕਰਦੇ ਹਾਂ ਆਟੋਮੈਟਿਕ ਉਹ ਵੀ ਆਉਂਦਾ, ਡਿਕਸ਼ਨਰੀ ਵੀ ਆਉਂਦੀ ਹੈ, ਠੀਕ ਹੈ, ਕਿ ਉਹਦੇ ਵਿੱਚ ਆਪਾਂ ਸਪੈਲਿੰਗ ਕਰੈਕਟ ਆਉਣ ਲੱਗ ਜਾਂਦੇ ਆ, ਤੁਸੀਂ ਟੱਚ ਕਰਕੇ ਕਿਸੇ ਨੂੰ ਵੀ ਕਲਿੱਕ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਜਦੋਂ ਆਪਾਂ ਕੁਛ ਵੀ ਟਾਈਪ ਕਰਦੇ ਹਾਂ ਕੰਪਿਊਟਰ ਦੇ ਵਿੱਚ ਤਾਂ ਆਪਣੇ ਕੋਲ ਇੱਕ ਆਟੋਮੈਟਿਕ ਸਪੈਲਿੰਗ ਚੈੱਕਰ ਆਉਂਦਾ ਵਾ, ਉਸਦੀ ਸ਼ਾਰਟਕਟ ਕੀ ਹੁੰਦੀ ਆ F7,
ਕੀ ਹੁੰਦੀ ਆ F7 ਹੁੰਦੀ ਆ। ਜਿਵੇਂ ਇੱਕ ਸ਼ਬਦ ਦੇ ਬਹੁਤ ਜ਼ਿਆਦਾ ਮੀਨਿੰਗ ਹੁੰਦੇ ਆ, ਜਿਵੇਂ ਦੁਖੀ ਦੁੱਖ ਕਹਿ ਲਈਏ, ਆਪਾਂ ਦੁੱਖ ਦੀ ਗੱਲ ਕਰੀਏ, ਦੁੱਖ ਦਾ ਮੀਨਿੰਗ ਹੁੰਦਾ ਗਮੀ, ਠੀਕ ਹੈ। ਜਿਵੇਂ ਆਪਾਂ ਅਤੇ ਉਹਦੇ ਜੇ ਮਤਲਬ ਕਿ ਕਹਿ ਸਕਦੇ ਹਾਂ, ਜਦੋਂ ਆਪਾਂ ਮੈਂ ਗੱਲ ਕਰ ਰਹੀ ਹਾਂ ਦੁੱਖ ਦੀ, ਜਿਵੇਂ ਆਪਾਂ ਕਹਿ ਲਈਏ ਦੁੱਖ, ਠੀਕ ਹੈ। ਦੁੱਖ ਦਾ ਕੀ ਮੀਨਿੰਗ ਹੁੰਦਾ ਗਮੀ, ਪਰ ਇਸ ਦਾ ਓਪੋਜ਼ਿਟ ਮੀਨਿੰਗ ਵੀ ਹੁੰਦਾ ਵਿਰੋਧੀ ਸ਼ਬਦ, ਜਿਵੇਂ ਸੁਖੀ ਹੋਣਾ, ਠੀਕ ਹੈ। ਇਸੇ ਤਰ੍ਹਾਂ ਆਪਾਂ ਗੱਲ ਕਰੀਏ ਜੇਕਰ ਸਵੇਰੇ, ਸਵੇਰ ਦੀ ਗੱਲ ਕਰੀਏ, ਸਵੇਰ ਨੂੰ ਅਸੀਂ ਸਵੇਰ ਵੀ ਬੋਲਦੇ ਹਾਂ, ਸੁਬਾਹ ਵੀ ਬੋਲਦੇ ਹਾਂ, ਸਵਖਤੇ ਵੀ ਬੋਲਦੇ ਹਾਂ, ਫਿਰ ਇਹਦਾ ਓਪੋਜ਼ਿਟ ਵੀ ਹੁੰਦਾ ਸ਼ਾਮ ਵੀ ਹੁੰਦਾ ਵਾ, ਠੀਕ ਹੈ। ਇਸ ਤਰ੍ਹਾਂ ਹਰੇਕ ਸ਼ਬਦ ਦੇ ਸਮਾਨਾਰਥਕ ਵੀ ਹੁੰਦੇ ਆ ਅਤੇ ਵਿਰੋਧੀ ਸ਼ਬਦ ਵੀ ਹੁੰਦੇ ਆ, ਜਿਹੜੇ ਅਸੀਂ MS ਵਰਡ ਦੇ ਵਿੱਚ ਯੂਜ਼ ਹੁੰਦੇ ਆ। ਆਪਸ਼ਨ ਨੰਬਰ B ਇਸ ਦਾ ਰਾਈਟ ਆਂਸਰ ਆ, ਸਿਨੋਨੀਅਮਸ ਐਂਡ ਐਂਟੋਨੀਅਮਸ ਵਰਡ। ਅਗਲਾ ਪ੍ਰਸ਼ਨ, PDA ਸਟੈਂਡਸ ਫॉर, ਹਾਂਜੀ PDA ਦਾ ਇੱਥੇ ਕੀ ਮਤਲਬ ਆ, ਠੀਕ ਹੈ। PDA ਦਾ ਇੱਥੇ ਕੀ ਮਤਲਬ ਆ, ਪਰਸਨਲ ਡਿਜੀਟਲ ਅਸਿਸਟੈਂਟਸ। ਆਪਸ਼ਨ ਨੰਬਰ ਪਰਸਨਲ ਡਿਜੀਟਲ ਅਸਿਸਟੈਂਟਸ, ਆਪਸ਼ਨ ਨੰਬਰ C ਇਸ ਦਾ ਰਾਈਟ ਆਂਸਰ ਹੈ, ਠੀਕ ਹੈ ਜੀ। PDA ਦੀ ਫੁੱਲ ਫਾਰਮ ਦਾ ਮਤਲਬ ਕੀ ਆ, ਦੇਖੋ ਆਪਣੇ ਕੋਲੇ ਮੈਂ ਤੁਹਾਨੂੰ ਐਗਜ਼ਾਮਪਲ ਲੈ ਕੇ ਸਮਝਾਉਂਦੀ ਹਾਂ। ਪੁਰਾਣੇ ਸਮਿਆਂ ਦੇ ਵਿੱਚ ਕਿਸੇ ਨੂੰ ਮੋਬਾਈਲ ਨਹੀਂ ਚਲਾਉਣਾ ਆਉਂਦਾ ਸੀ ਜ਼ਿਆਦਾ, ਮਤਲਬ ਬਟਨਾਂ ਵਾਲੇ ਫੋਨ ਹੁੰਦੇ ਸੀ, ਉਹ ਕਿਸੇ ਨੂੰ ਇੰਨਾ ਚਲਾਉਣਾ ਹੀ ਨਹੀਂ ਆਉਂਦਾ ਸੀ। ਸਾਡੇ ਬਜ਼ੁਰਗ ਕੀ ਕਰਦੇ ਸੀ ਕਿ ਇੱਕ ਕਾਪੀ ਦੇ ਉੱਪਰ ਨੋਟ ਕਰ ਲੈਂਦੇ ਸੀ ਨੰਬਰ, ਅਤੇ ਉਹਨੂੰ ਆਪਣੀ ਜੇਬ ਦੇ ਵਿੱਚ ਹਮੇਸ਼ਾ ਹੀ ਰੱਖਦੇ ਸੀ, ਕਾਪੀ ਵੀ ਅਤੇ ਮੋਬਾਈਲ ਵੀ। ਜਦੋਂ ਵੀ ਉਹਨਾਂ ਨੇ ਕਿਸੇ ਨੂੰ ਮੋਬਾਈਲ ਵਗੈਰਾ ਫੋਨ ਲਾਉਣਾ ਹੁੰਦਾ ਸੀਗਾ ਤਾਂ ਉਹ ਡਾਇਲ ਅਪ ਕਰਦੇ ਸੀ। ਪਰ ਹੁਣ ਅਸੀਂ ਕੀ ਕਰਦੇ ਹਾਂ, ਆਪਣੇ ਮੋਬਾਈਲ ਦੇ ਵਿੱਚ ਹਰ ਇੱਕ ਨੰਬਰ ਸੇਵ ਕਰਦੇ ਹਾਂ, ਜਾਂ ਫਿਰ ਤੁਸੀਂ ਦੇਖਿਆ ਹੋਣਾ ਮਾਈ ਫਾਈਲ ਵੀ ਆਉਂਦਾ ਵਾ, ਅਤੇ ਇੱਕ ਡਾਇਰੀ ਵੀ ਆਉਂਦੀ ਆ ਮੋਬਾਈਲ ਦੇ ਵਿੱਚ। ਆਪਾਂ ਮਤਲਬ ਕਿ ਕੋਈ ਵੀ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਵੀ ਆਪਾਂ ਨੋਟ ਕਰਕੇ ਰੱਖ ਲੈਂਦੇ ਹਾਂ, ਮਤਲਬ ਆਪਾਂ ਮੋਬਾਈਲ ਨੰਬਰ ਵੀ ਸਾਰੇ ਨੋਟ ਕਰਦੇ ਹਾਂ। ਮਤਲਬ ਇਹ ਇੱਕ ਕੀ ਆ, ਸਾਡੇ ਡਿਜੀਟਲ ਅਸਿਸਟੈਂਟ ਬਣ ਜਾਂਦਾ ਵਾ, ਡਿਜੀਟਲ ਅਸਿਸਟੈਂਟ। ਫਿਰ ਮੋਬਾਈਲ ਦੇ ਵਿੱਚ ਤੁਹਾਨੂੰ ਕੈਲੰਡਰ ਦੇ ਵਿੱਚ ਵੀ ਤੁਸੀਂ ਅਲਾਰਮ ਵਗੈਰਾ ਲਾ ਕੇ ਰੱਖਦੇ ਹੋ, ਕਿਸੇ ਦਾ ਬਰਥਡੇ ਆ, ਕਿਸੇ ਦਾ ਕੋਈ ਸਪੈਸ਼ਲ ਡੇ ਆ ਜਿਸ 'ਤੇ ਤੁਸੀਂ ਵਿਸ਼ ਕਰਨਾ ਵਾ, ਠੀਕ ਹੈ। ਅਲਾਰਮ ਲਗਾ ਕੇ ਰੱਖਦੇ ਹੋ, ਕਿੰਨੇ ਵਜੇ ਵੱਜੇਗਾ ਤਾਂ ਸਾਨੂੰ ਯਾਦ ਆਵੇਗਾ, ਲਿਖ ਕੇ ਨੋਟ ਕਰਕੇ। ਉਹ ਕੀ ਆ, ਸਾਡਾ ਇੱਕ ਡਿਜੀਟਲ ਅਸਿਸਟੈਂਟ ਆ, ਜਿਹੜਾ ਸਾਨੂੰ ਹਰੇਕ ਟਾਈਮ ਅਲਰਟ ਵੀ ਕਰਦਾ ਵਾ, ਅਤੇ ਜਿਹਦੇ ਵਿੱਚ ਅਸੀਂ ਡਾਟਾ ਵੀ ਰੱਖਦੇ ਹਾਂ। ਇਹਦਾ ਮੀਨਿੰਗ ਇਹ ਆ, ਪਰਸਨਲ ਡਿਜੀਟਲ ਅਸਿਸਟੈਂਟ। ਅਗਲਾ ਪ੍ਰਸ਼ਨ, ਪਰਮ ਇਜ਼ ਐਨ ਐਗਜ਼ਾਮਪਲ ਆਫ, ਪਰਮ ਕੰਪਿਊਟਰ ਕਿਸ ਦੀ ਉਦਾਹਰਣ। ਤੁਸੀਂ ਸੁਣਿਆ ਹੋਣਾ, ਪਰਮ ਸਾਡਾ ਇੰਡੀਆ ਦਾ ਜਿਹੜਾ ਪਹਿਲਾ ਸੁਪਰ ਕੰਪਿਊਟਰ ਸੀਗਾ, ਪਰਮ ਤੋਂ ਸਟਾਰਟ ਹੁੰਦੇ ਆ ਸਾਡੇ ਇੰਡੀਆ ਦੇ ਸੁਪਰ ਕੰਪਿਊਟਰ। ਇੰਡੀਆ ਦੇ ਸੁਪਰ ਕੰਪਿਊਟਰ ਜੇ ਪਰਮ ਤੋਂ ਸਟਾਰਟ ਹੁੰਦੇ ਆ ਤਾਂ ਪਰਮ ਕੀ ਹੈ, ਇੱਕ ਸੁਪਰ ਕੰਪਿਊਟਰ ਆ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ, ਪਰਮ ਦਾ ਮਤਲਬ ਆ ਸੁਪਰ ਕੰਪਿਊਟਰ। ਅਗਲਾ ਪ੍ਰਸ਼ਨ, ਆਊਟਲੁੱਕ ਐਕਸਪ੍ਰੈਸ ਕੀ ਹੈ। ਹਾਂਜੀ, ਆਊਟਲੁੱਕ ਐਕਸਪ੍ਰੈਸ ਕੀ ਆ, ਈਮੇਲ ਕਲਾਇੰਟ, ਈਮੇਲ ਕਲਾਇੰਟ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ, ਈਮੇਲ ਕਲਾਇੰਟ, ਜੋ ਕਿ ਮਾਈਕਰੋਸੋਫਟ ਕੰਪਨੀ ਵੱਲੋਂ ਈਮੇਲ ਸੈੱਟ ਕਰਨ ਦੇ ਲਈ ਹੁੰਦਾ ਵਾ ਜਾਂ ਬਣਾਇਆ ਜਾਂਦਾ ਵਾ, ਠੀਕ ਹੈ। ਕੰਪਿਊਟਰ ਦੇ ਵਿੱਚ MS ਆਫਿਸ ਹੁੰਦਾ, ਅਤੇ ਅੱਗੇ ਇਸ ਦੇ ਵਿੱਚ MS ਵਰਡ ਹੁੰਦਾ, ਐਕਸਲ ਹੁੰਦਾ, ਪਾਵਰ ਪੁਆਇੰਟ ਹੁੰਦਾ, ਉਸੇ ਤਰ੍ਹਾਂ ਆਊਟਲੁੱਕ ਵੀ ਹੁੰਦਾ ਵਾ, ਠੀਕ ਹੈ। ਅਤੇ ਇਹ ਕੀ ਹੈ, ਇੱਕ ਮਾਈਕਰੋਸੋਫਟ ਕੰਪਨੀ ਵੱਲੋਂ ਈਮੇਲ ਸੈੱਟ ਕਰਨ ਦੇ ਲਈ ਬਣਾਇਆ ਜਾਂਦਾ। ਅਗਲਾ ਪ੍ਰਸ਼ਨ, ਪ੍ਰਿੰਟ ਦੀ ਗਤੀ ਨੂੰ ਮਾਪਣ ਲਈ ਕਿਹੜੀ ਇਕਾਈ ਵਰਤੀ ਜਾਂਦੀ ਹੈ। ਪ੍ਰਿੰਟ ਦੀ ਗਤੀ ਨੂੰ ਮਾਪਣ ਦੇ ਲਈ ਕਿਹੜੀ ਇਕਾਈ ਵਰਤੀ ਜਾਂਦੀ ਆ, ਤਾਂ ਪ੍ਰਿੰਟ ਦੀ ਗਤੀ ਨੂੰ ਮਾਪਣ ਦੇ ਲਈ ਸਭ ਤੋਂ ਪਹਿਲਾਂ ਦੇਖੋ, ਅਸੀਂ ਪੁਰਾਣੇ ਪ੍ਰਿੰਟਰ ਦੀ ਸਪੀਡ ਆ ਜਿਹੜੀ, ਆਪਾਂ ਗੱਲ ਕਰੀਏ, ਜਿਹੜੇ ਪੁਰਾਣੇ ਪ੍ਰਿੰਟਰ ਆ ਉਹ ਇੰਨੇ ਫਾਸਟ ਨਹੀਂ ਹੁੰਦੇ ਸੀਗੇ, ਠੀਕ ਹੈ। ਜਿਵੇਂ ਆਪਾਂ ਗੱਲ ਕਰੀਏ ਪੁਰਾਣੇ ਪ੍ਰਿੰਟ ਜਿਹੜੇ ਆ, ਜਿਵੇਂ ਆਪਾਂ ਆਹ ਡਾਟ ਲਿਖਿਆ, ਮੈਂ A ਪਾਇਆ, ਇਹਦੀ ਤੁਹਾਨੂੰ ਇੰਨੀ ਸਮਝ ਨਹੀਂ ਲੱਗ ਰਹੀ, ਫਿਰ ਮੈਂ ਪੂਰਾ ਕਲੀਅਰ ਕਰਕੇ ਲਿਖ ਦਿੰਦੀ ਹਾਂ, ਤਾਂ ਮਤਲਬ ਕਿ ਬਹੁਤ ਨੇੜੇ ਡਾਟ ਪਾ ਕੇ ਕਲੀਅਰ ਕਰ ਦਿੰਦੀ ਹਾਂ। ਅਤੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਪ੍ਰਿੰਟਰ ਸੀਗੇ ਉਹ ਕੁਛ ਇਸੇ ਤਰ੍ਹਾਂ ਦੇ ਸੀਗੇ, ਜਿਨ੍ਹਾਂ ਨੂੰ ਮਾਪਣ ਦੀ ਜਿਹੜੀ ਇਕਾਈ ਸੀਗੀ ਪ੍ਰਿੰਟਰ ਦੀ ਗਤੀ ਨੂੰ, ਉਹ ਸੀਗੀ ਲਾਈਨ ਪਰ ਮਿੰਟ। ਪਰ ਅੱਜ ਕੱਲ੍ਹ ਦੇ ਪ੍ਰਿੰਟਰ ਫਾਸਟ ਆ, ਅਤੇ ਇਹਨਾਂ ਨੂੰ ਮਾਪਣ ਦੀ ਇਕਾਈ ਆ ਪੇਜ ਪਰ ਮਿੰਟ। ਕੀ ਆ, ਪੇਜ ਪਰ ਮਿੰਟ। ਆਪਸ਼ਨ ਨੰਬਰ C ਇਸ ਦਾ ਰਾਈਟ ਆਂਸਰ ਆ। ਇਸ ਤੋਂ ਇਲਾਵਾ ਇੱਕ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ, ਜਿਵੇਂ ਪ੍ਰਿੰਟਰ ਦੀ ਗਤੀ ਨੂੰ ਮਾਪਣ ਲਈ ਪੁੱਛਿਆ ਗਿਆ, ਪ੍ਰਿੰਟਰ ਦੀ ਕੁਆਲਿਟੀ ਨੂੰ ਮਾਪਣ ਦੇ ਲਈ ਵੀ ਪੁੱਛ ਸਕਦੇ ਹਾਂ ਕਿ ਪ੍ਰਿੰਟਰ ਦੀ ਕੁਆਲਿਟੀ ਮਾਪਣ ਦੇ ਲਈ ਕਿਹੜੀ ਇਕਾਈ ਵਰਤੀ ਜਾਂਦੀ ਆ। ਤਾਂ ਜਿਵੇਂ ਮੈਂ ਤੁਹਾਨੂੰ ਡਾਟ ਤੋਂ ਦੱਸਿਆ, ਤਾਂ ਡਾਟ ਦੇ ਨਾਲ ਹੀ ਕਨੈਕਸ਼ਨ ਆ, ਡਾਟ ਪਰ ਇੰਚ ਇਕਾਈ ਵਰਤੀ ਜਾਂਦੀ ਆ। ਕਿਹੜੀ ਵਰਤੀ ਜਾਂਦੀ ਆ, ਡਾਟ ਪਰ ਇੰਚ। ਤਾਂ ਪ੍ਰਿੰਟਰ ਦੀ ਕੁਆਲਿਟੀ ਡਾਟ ਦੇ ਵਿੱਚ ਮੇਜਰ ਹੁੰਦੀ ਆ, ਇਹ ਤੁਸੀਂ ਹੁਣ ਯਾਦ ਰੱਖਣਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਹਾਂਜੀ, ਡਵੋਰਕ ਕਿਸ ਦਾ ਹਵਾਲਾ ਦੇਣ ਲਈ ਵਰਤਿਆ ਜਾਂਦਾ ਹੈ। ਹਾਂਜੀ, ਡਵੋਰਕ ਦੀ ਗੱਲ ਹੋ ਰਹੀ ਆ। ਡਵੋਰਕ ਕਿਸ ਦਾ ਹਵਾਲਾ ਦੇਣ ਦੇ ਲਈ ਵਰਤਿਆ ਜਾਂਦਾ, ਤਾਂ ਇਹ ਵਰਤਿਆ ਜਾਂਦਾ ਵਾ
कीबोर्ड का हवाला देने दे लई। ऑप्शन नंबर डी इज़ द राइट आंसर। देखो ये क्वेश्चन ना एग्जाम दे विच आ चुकिया वा, पर अब देखो आया किवें आ, घुमा फिरा के आया वा। एक तुसीं सुनिया होना, आपां तां गल करदे आ कीबोर्ड का जिहड़ा हवाला वा वो वरतिया जांदा क्वैरिटी राहीं, जानी कि QWERTY। इसका मतलब की हुंदा वा कि क्यों इनू क्वैरिटी बोलिया जांदा सी, कि क्वैरिटी हवाला देने लई वरतिया जांदा वा। कीबोर्ड का हवाला देने लई क्वैरिटी वरतिया जांदा, क्योंकि कीबोर्ड के पहले अखर क्वैरिटी तो शुरू हुंदे सी, ठीक है। पर उन्हें की किया, क्वैरिटी का ही दूजा रूप आ डवॉर्क, इनू ही डवॉर्क कहा जाता वा, ठीक है। तो उन्हें उसकी जगह पर डवॉर्क लिखता एग्जामिनर ने, तो स्टूडेंट को नहीं पता लग्या, ठीक है। कोई की लगाया ऑप्शन, कोई की लगाया, पर इसका राइट आंसर कीबोर्ड ही बनेगा। अगला प्रश्न है जी, एक किस्म का प्रोग्राम जो उपभोगतावां बारे जानकारी इकट्ठी करने लई तुहाडे निजी कंप्यूटरां ते स्थापित किया जाता है, उसनूं की कहा जाता है। हाँ जी, वो प्रोग्राम जो उपभोगतावां बारे जानकारी इकट्ठी करता, इनफॉर्मेशन इकट्ठी करता वा ते अपने कंप्यूटरां ते स्थापित किया जाता, उसनूं असीं बोलदे हां स्पाईवेयर। ऑप्शन नंबर सी इज़ द राइट आंसर, ठीक है। की बोलते हैं असीं स्पाईवेयर। स्पाईवेयर का मीनिंग की हुंदा वा कि डाटा नूं चोरी करता वा, जां सीधी लैंगुएज दे विच यही बोल सकते हैं असीं, ये डाटा नूं की करता वा, चोरी करता वा। देखिए तुसीं देखिया होना, मैं एक एडवेयर लिखिया इत्थे। ਆਪਾਂ बहुत सारे ऐप लाने आ मोबाइल ਦੇ ਵਿੱਚ। ऐप लाने तो बाद काफ़ी ऐप इदां ਦੇ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਐਡ ਆਉਂਦੀ ਆ, ਤੇ ਜਿਹੜੀ ਐਡ ਆਉਂਦੀ ਆ ਐਡ ਕਰਨ ਦੇ ਲਈ ਹੀ ਵਰਤਿਆ ਜਾਂਦਾ ਵਾ ਐਡਵੇਅਰ, ठीक है। ऐड करने के लिए वरत्या जाता, जिहड़ा स्पाईवेयर आ ये परसनल डाटा चोरी करने के लिए वरत्या जाता। अगला प्रश्न, वैब पेजां का एक संग्रह आ डैश असी वैबसाइट खोलन दे देखते हैं, वो पहला पन्ना है जो। हाँ जी, तुसीं देखो इत्थे गल हो गई पहले पन्ने की। किसी भी मतलब तुसीं अजकल कार देखते हैं, कार दे विच भी एक ऑप्शन होंदी है जिस दे विच टैब वर्गा लग्या हुंदा, मोबाइल टाइप स्क्रीन दी हुंदी है कार। हुण अजकल उही आउंदी है कारां दे विच जिहड़ी स्क्रीन आउंदी आ। ते इलैक्ट्रिकल स्कूटर आउंदे आ, जिवें ओला दा स्कूटर आया वा, उस दे विच की है कि स्क्रीन लगी हुई आ। जिहड़ी स्क्रीन लगी आ उहदे ते भी होम पेज आउंदा वा, ਜਿਹੜਾ ਪਹਿਲਾ पेज आउंदा ਉਹਦੇ ਤੇ ਵੀ ਹੋਮ पेज आउंदा, ਸਾਡੇ मोबाइल ਦੇ ਵਿੱਚ ਵੀ ਹੋਮ पेज ਹੁੰਦਾ ਵਾ। ਜਾਂ ਆਪਾਂ ਗੱਲ ਕਰੀਏ ਕਿਤਾਬ ਦੀ, ਇੱਕ ਕਿਤਾਬ ਦਾ ਜੋ ਬਾਹਰਲਾ पेज ਆ ਉਹਨੂੰ ਅਸੀਂ ਬੋਲ ਦਿੰਦੇ ਆ ਹੋਮ पेज, ਬਾਕੀ ਸਾਰੇ पेज ਉਹਦੇ ਅੰਦਰ ਆਉਂਦੇ ਆ, ਠੀਕ ਹੈ। ਵੈਬਸਾਈਟ ਤੇ ਹੋਮ पेज। ऑप्शन नंबर बी इज़ द राइट आंसर आ कि पेजां वैब पेजां ਦਾ ਇੱਕ ਸੰਗ੍ਰਹਿ ਆ ਅਤੇ ਵੈਬਸਾਈਟ ਅਸੀਂ ਵੈਬਸਾਈਟ ਖੋਲ੍ਹਣ ਤੇ ਦੇਖਦੇ ਆ, ਤਾਂ ਉਹ ਕੀ ਦੇਖਦੇ ਆ, ਹੋਮ पेज ਦੇਖਦੇ ਆ। ऑप्शन बी इज़ द राइट आंसर आ। अगला प्रश्न है जी, पैरीफिरल उपकरण की एक उदाहरण दिओ। हाँ जी, पैरीफिरल उपकरण की उदाहरण दिओ। देखो जेकर असीं गल करिए CPU, ये तो एक सिस्टम आ। माइक्रो प्रोसैसर भी एक सिस्टम आ, जिहड़ी CPU के अंदर एक चिप लगी हुंदी है, उहदा ही पार्ट आ। ALU भी एक चिप आ। जेकर असीं गल करिए प्रिंटर की, प्रिंटर, कीबोर्ड, माउस, स्कैनर, ये सारियां पैरीफिरल दीयां उदाहरणां ने, पैरीफिरल उपकरण दीयां उदाहरणां। ऑप्शन नंबर बी इज़ द राइट आंसर। अगला प्रश्न है जी, हेठ लिखियां विचों किहड़ा सब तो तेज़ डिजिटल डाटा ट्रांसमिशन स्पीड नूं दर्शाउंदा। हाँ जी, सब तो तेज़ डिजिटल डाटा ट्रांसमिशन स्पीड नूं दर्शाउंदा वा। देखो सब तो तेज़ इन्ना ऑप्शन दे विचों पुछया गया वा। वैसे तो तुहानूं बहुत करवाए होए आ कि रेंजिंग डिसेंडिंग ऑर्डर दे विच मैं डिटेल दे विच दस्से सी, पर जिहड़ा इन्ना ऑप्शनां दे विचों पुछया वा उहने, तां इन्ना ऑप्शनां दे विचों सब तो तेज़ डिजिटल डाटा ट्रांसमिशन स्पीड नूं दर्शाउंदा वा GBps, यानी कि गीगाबाइट्स पर सैकेंड। ऑप्शन नंबर बी इज़ द राइट आंसर। सब तो छोटा किहड़ा वा, BPS, ठीक है। अगला प्रश्न, कंप्यूटर विच बनी स्थाई मैमरी नूं की कहंदे आ। जिवें कि मैं तुहानूं दस्सिया सीगा रीड ओनली मैमरी, जिन्हों असीं रीड कर सकते हैं, उस दे विच असीं कुछ भी चेंज नहीं कर सकते, उहनूं असीं बोलदे आ स्थाई मैमरी, ठीक है। क्योंकि असीं आपदे कोलों उहनूं चेंज नहीं कर सकते, आपदे कोलों असीं बना नहीं सकते, उहनूं असीं बोल दिंदे आ स्थाई मैमरी। तो तुहाडे कंप्यूटर दे विच बनी स्थाई मैमरी नूं असीं बोलदे आ रैम, रीड ओनली मैमरी, रोम सॉरी। ऑप्शन नंबर डी इज़ द राइट आंसर, ठीक है जी। हाँ जी, इस दे नाल ही साडी अज दी ये वीडियो खत्म होंदी है। कल असीं इस वीडियो का नैक्सट पार्ट करांगे।
ਤੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।